Rolling up black windows once you go down. You must be crazy if you think that I'ma slow down. But wanna hear it talking shit, fuck the drama. Keep it coming, I'ma send you to your mama. Mr. Whip, 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 get the guns out. Dropping bodies in the place till the sun's out. Rolling up black windows once you go. Hello students, how are you? Hope you all are fine and you are enjoying the lessons. ਤਾਂ ਆਪਣੀ ਅੱਜ ਦੀ ਜਿਹੜੀ ਵੀਡੀਓ ਹੈ that is on subject. ਆਪਣੀ ਲਾਸਟ ਵੀਡੀਓ ਦੇ ਵਿੱਚ ਸੈਟਰਡੇ ਵਾਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀਗਾ ਸਬਜੈਕਟ ਐਂਡ ਪ੍ਰੈਡੀਕੇਟ ਰਾਈਟ ਤੇ ਹੁਣ ਆਪਾਂ ਅੱਜ ਕੰਸੈਂਟਰੇਟ ਕਰਾਂਗੇ ਓਨਲੀ ਔਨ ਸਬਜੈਕਟ ਰਾਈਟ ਸਬਜੈਕਟ ਐਜ਼ ਵੈਲ ਐਜ਼ ਆਬਜੈਕਟ ਹੁਣ ਰੀਜ਼ਨ ਕੀ ਹੈ ਇਸ ਚੀਜ਼ ਦਾ ਕਿਉਂਕਿ ਸਬਜੈਕਟ ਆਈ ਟੋਲਡ ਯੂ ਇਨ ਦੈਟ ਵੀਡੀਓ ਆਲਸੋ ਸਬਜੈਕਟ ਇਜ਼ ਆਲਵੇਜ਼ ਅ ਨਾਉਨ ਔਰ ਅ pronoun right okay this noun and pronoun may have some additions ठीक है additions किस चीज़ दियाँ some adjective may be there or some determiner इस तो बिना इत्थे होर कुछ नहीं होएगा adjective और determiner for example ਆਪਾਂ इत्थों शुरू कर देंगे the little girl the little frightened girl girl ਹੁਣ ਆਪਣੇ ਕੋਲ ਨਾਉਨ ਕੀ ਹੈਗਾ girl girl is a noun this is adjective this is again adjective and this is the determiner right so on the whole ਇਹ ਕੀ ਹੈਗਾ it's a part of subject ਬਾਕੀ ਆਪਾਂ ਉਸ ਦਿਨ predicate ਕੀਤਾ ਸੀ but ਅੱਜ ਦਾ ਆਪਣਾ ਜੋ topic ਹੈ that is कि subject जो है as well as object in between here we have a verb this is the subject verb object the most simple structure of a sentence in English right now this subject is a noun object is again a noun it's a pronoun as well but here we will talk only about the noun right so when we are talking about the noun we will have noun case in how many cases do a noun appear ਇੱਕ ਤਰੀਕੇ ਨਾਲ ਆਪਾਂ ਵਰਬ ਦੀਆਂ ਫਾਰਮਸ ਕਰਦੇ ਹੁੰਨੇ ਆਂਗੇ ਇੱਥੇ ਆਪਾਂ ਕਰਾਂਗੇ ਕਿ ਨਾਉਨ ਦੀਆਂ ਕੀ ਫਾਰਮਸ ਨੇ ਮਤਲਬ ਕੀ ਹੈਗਾ ਕਿ ਨਾਉਨ ਕਿਹੜੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਸਕਦਾ ਹੈਗਾ ਸੋ ਨਾਉਨ the case this is the name of our topic there are nominative case second one is accusative case and third is genitive case now all these may be very new words to you ਕਿਉਂਕਿ ਸਕੂਲ ਦੇ ਵਿੱਚ ਜੋ ਗ੍ਰਾਮਰ ਆਪਾਂ ਕਰਦੇ ਹਾਂ 6 to 10 ਉਹਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਇਹ ਕਿਤੇ ਵੀ ਇਸ ਤਰੀਕੇ ਨਾਲ ਕੇਸਿਸ ਨੂੰ ਸਟੱਡੀ ਨਹੀਂ ਕੀਤਾ ਜਾਂਦਾ ਜੈਨੇਟਿਵ ਕੇਸ ਇਜ਼ ਆਲਸੋ ਕਾਲਡ ਪੋਜੈਸਿਵ ਕੇਸ this is the other name so I'm going to start today's topic noun the case so simple ਜੀ ਚੀਜ਼ ਇਹ ਸਮਝੋ ਕਿ noun ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਅਸੀਂ ਯੂਜ਼ ਕਰਦੇ ਹਾਂ ਸੈਂਟੈਂਸਸ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਹੈਗਾ nominative case so when we say nominative case now if I write the word subject it will be very much clear to you ਕਿਉਂਕਿ ਹੁਣ ਤੱਕ ਆਪਾਂ ਇਹ ਦੱਸਿਆ ਤੁਹਾਨੂੰ ਕਿ ਸਬਜੈਕਟ ਜਿਹੜਾ ਹੈ ਉਹ ਕੀ ਹੁੰਦਾ ਹੈਗਾ ਨਾਉਨ ਓਕੇ ਆਪਾਂ ਫਿਰ ਇਹ ਕਹਿੰਦੇ ਆਂਗੇ ਕਿ ਜਿਹੜਾ ਆਬਜੈਕਟ ਹੈਗਾ ਉਹ ਵੀ ਨਾਉਨ ਹੈਗਾ ਹੁਣ ਡਿਫਰੈਂਸ ਕੀ ਹੈਗਾ ਡਿਫਰੈਂਸ ਇਹ ਹੈ ਕਿ ਸਬਜੈਕਟ ਦੇ ਤੌਰ ਤੇ ਜਦੋਂ ਨਾਉਨ ਆਏਗਾ ਇਟ ਵਿਲ ਬੀ ਇਨ ਇਟ ਇਜ਼ ਕਾਲਡ ਨੋਮੀਨੇਟਿਵ ਕੇਸ ਐਂਡ ਵੈਨ ਨਾਉਨ ਇਜ਼ ਯੂਜ਼ਡ ਐਜ਼ ਐਨ ਆਬਜੈਕਟ ਇਟ ਇਜ਼ ਕਾਲਡ ਐਕੂਜ਼ੇਟਿਵ ਕੇਸ होप एंड एक चीज़ क्लीयर हुई है हुण ਆਪਾਂ ਕਹਿੰਦੇ ਆਂਗੇ let us take an example Johan threw a stone we are going to
talk about nominative case. Nominative is always who, right? Kine kita. If there is a verb, verb is always an action. The action जिसने ਕੀਤਾ, ਜਿਹਨੇ ਕੀਤਾ ਉਹ ਕੀ ਹੈਗਾ nominative case, ਜਿਹਨੂੰ ਅਸੀਂ ਕਹਿੰਦੇ ਆਂਗੇ ਸਿੰਪਲ ਲੈਂਗੁਏਜ ਦੇ ਵਿੱਚ ਵੀ ਸੇ ਸਬਜੈਕਟ। ਹੁਣ ਉਹਨੇ ਕੀਤਾ ਕੀ, ਉਹਦਾ ਐਕਸ਼ਨ ਹੈਗਾ, ਰਾਈਟ? ਜੋਹਨ ਥ੍ਰਿਊ, ਜੋਹਨ ਨੇ ਸੁੱਟਿਆ, ਕੀ ਸੁੱਟਿਆ? ਵਟ। ਤਾਂ ਇਹ ਵਟ ਹੁੰਦਾ ਹੈਗਾ ਜਿਹਨੂੰ ਅਸੀਂ ਸਿੰਪਲ ਲੈਂਗੁਏਜ ਦੇ ਵਿੱਚ ਆਬਜੈਕਟ ਕਹਿੰਦੇ ਆਂਗੇ। ਇਨ ਗ੍ਰਾਮਰ ਟਰਮਸ ਇਟ ਇਜ਼ ਐਗਜ਼ੀਟਿਵ ਕੇਸ, ਇਹਨੂੰ ਅਸੀਂ ਐਕਿਊਸੇਟਿਵ ਕੇਸ ਕਹਿੰਦੇ ਹਾਂ। Let us do one more example. The horse kicked the little boy. Now here kicked is the verb. It is an action. Now एक कौन है? Doer of the action. उस action ਨੂੰ ਕਰਨ ਵਾਲਾ, ਰਾਈਟ? ਐਂਡ ਦੂਜਾ ਕੀ ਹੈਗਾ? ਰਿਸੀਵਰ ਕਹਿ ਲਈਏ ਆਪਾਂ। ਉਸ ਐਕਸ਼ਨ ਦਾ ਇਫੈਕਟ ਕਿਹਦੇ ਉੱਪਰ ਪਿਆ? ਉਹ ਹੈਗਾ। ਤਾਂ ਜਿਹੜਾ ਡੂਅਰ ਹੈਗਾ ਦੈਟ ਇਜ਼ ਸਬਜੈਕਟ, ਦੈਟ ਇਜ਼ ਨੋਮੀਨੇਟਿਵ ਕੇਸ। ਫਿਰ ਆ ਗਿਆ ਜੋ ਵੀ ਐਕਸ਼ਨ ਹੈਗਾ ਕਿਹਨੇ ਕੀਤਾ? ਹੂ ਡਿਡ, ਕਿਹਨੇ ਕੀਤਾ? ਹਾਰਸ, ਰਾਈਟ? ਤੇ ਉਹ ਐਕਸ਼ਨ ਕਿਹਦੇ ਉੱਪਰ ਹੋਇਆ, ਰਾਈਟ? ਦੈਟ ਇਜ਼ ਐਕਿਊਸੇਟਿਵ ਕੇਸ। ਕਿਉਂਕਿ ਇਹਦੇ ਵਿੱਚੋਂ ਹੀ ਟ੍ਰਾਂਜ਼ਿਟਿਵ ਤੇ ਇਨਟ੍ਰਾਂਜ਼ਿਟਿਵ ਦਾ ਨੈਕਸਟ ਜਿਹੜਾ ਟੌਪਿਕ ਹੈਗਾ ਉਹ ਆਏਗਾ। ਉਹ ਆਪਾਂ ਨੂੰ ਉਹਨਾਂ ਚਿਰ ਕਲੀਅਰ ਨਹੀਂ ਹੋਣਾ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਕਿ ਨਾਊਨ ਜਿਹੜਾ ਹੈਗਾ ਉਹਦਾ ਜਿਹੜਾ ਹੈ ਇੱਕ ਨੋਮੀਨੇਟਿਵ ਦੇ ਤੌਰ ਤੇ ਆਉਂਦਾ ਹੈ ਸੈਂਟੈਂਸ ਦੇ ਵਿੱਚ, ਦੂਜਾ ਉਹ ਐਗਜ਼ੀਟਿਵ ਐਜ਼ ਐਨ ਆਬਜੈਕਟ ਆਉਂਦਾ ਹੈਗਾ। Raman, one more example. Raman gave me an apple. Now, in this sentence, Raman, gave is something. The gave is verb. It is an action. Now, Raman is subject. Action की है? Gave, देना, दिता, किने दिता? फिर वही word who gave. ਹੁਣ ਪਿੱਛੇ ਆ ਗਿਆ who gave, ਕਿਹਨੂੰ ਦਿੱਤਾ ਔਰ ਕੀ ਦਿੱਤਾ। ਤਾਂ ਜਿਹੜਾ ਆਬਜੈਕਟ ਹੈਗਾ, ਜਿਹੜਾ ਐਕਿਊਸੇਟਿਵ ਕੇਸ ਹੈ, ਇਟ ਆਲਵੇਜ਼ ਰਿਪਲਾਈਜ਼ whom and what। ਹੁਣ ਇੱਥੇ ਦੋ ਚੀਜ਼ਾਂ ਆ ਗਈਆਂ, ਰਾਈਟ? ਇਹਨਾਂ ਨੂੰ ਕਹਿੰਦੇ ਨੇਗੇ object 1 and object 2। ਰਿਮੈਂਬਰ ਕਿ object 1 ਜਿਹੜਾ ਹੈਗਾ it is always a living being ਤੇ object 2 is always a non-living being। ਔਰ ਇਹਨੂੰ ਹਮੇਸ਼ਾ ਕਿਹਾ ਜਾਂਦਾ ਹੈਗਾ indirect, one minute, living being, object 1, object 2 is non-living being, right? It is always a thing or anything. Indirect object, in other words, it is called indirect object and this is called direct object. When we will do the voice, ਉਸ ਟਾਈਮ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਹੈ ਕਿਉਂਕਿ ਉਹਦੇ ਵਿੱਚ indirect object ਤੇ direct object ਦੋਵੇਂ sentences ਇਸ ਤਰ੍ਹਾਂ ਦੇ sentences ਆਉਂਦੇ ਨੇਗੇ ਜਦੋਂ ਅਸੀਂ voice change ਕਰਨੀ ਹੈ, ਠੀਕ ਹੈ? ਤਾਂ ਮਤਲਬ ਕੀ ਹੈਗਾ ਕਿ ਜਿਹੜਾ object ਹੈਗਾ ਔਰ ਜਿਹੜਾ subject ਹੈਗਾ, it is a noun, it is again a noun, it is nominating, it is accusative। ਇਹ ਹਮੇਸ਼ਾ ਹੁੰਦਾ ਹੈਗਾ what and whom if there are two objects, right? ਤੇ ਇਹ ਹਮੇਸ਼ਾ ਹੁੰਦਾ ਹੈਗਾ who। in between ਕੀ ਆਉਂਦਾ ਹੈਗਾ verb। ਕਿਹਨੇ ਕੀਤਾ, ਕੀ ਕੀਤਾ ਜਾਂ ਕਿਹਦੇ ਵਾਸਤੇ ਕੀਤਾ। ਹੋਪ ਇੱਥੇ ਤੱਕ ਇਹ ਚੀਜ਼ ਕਲੀਅਰ ਹੋਏਗੀ। indirect object and direct object. Third one is the possessive case. Third one is the genitive case.
or in other words we call it possessive case. Now here is a sentence. This is Raman's book. Here Raman is a noun and book is again a noun. Now this thing, this is called apostrophe S. Apostrophe S. This thing is called apostrophe. Apostrophe in English grammar, apostrophe, and S is added to it. Why to add? Because we are showing the possession. We are saying that book whose possession? Raman's. The ਇੱਥੇ ਜਿਹੜਾ genitive case है, it always answer whose. Genitive case always answers whose. ਚੀਜ਼ ਕਿਹਦੇ ਨਾਲ related ਹੈ, right? ਹੁਣ ਆਪਾਂ ਜੇ ਸਿੰਪਲ ਜੀ ਗੱਲ ਕਹੀਏ, this is my book. Okay, fine. My book. This is your book. This is his book. Right? ਪਰ noun ਦੇ ਵਿੱਚ ਕੋਈ issue ਨਹੀਂ ਹੈ. But when we have to use it in a noun, this is Rohit's school. ਜਦੋਂ ਅਸੀਂ noun ਨੂੰ use ਕਰਦੇ ਹਾਂਗੇ ਤਾਂ ਇਸ ਚੀਜ਼ ਨੂੰ ਕਿਹਾ ਜਾਂਦਾ ਹੈਗਾ possessive case. Because we are showing the relation, possession, not a relation, we are showing the possession, school, the possession, school ਕਿਹਦਾ ਹੈਗਾ, right? So that relation we are defining with the help of a possessive case or genitive case. ਹੁਣ ਜਿਹੜਾ ਇਹ genitive case ਹੈ, ਇਹਦਾ ਵੀ ਕੁਝ ਇੱਕ rules ਨੇਗੇ, right? If we have a singular noun, agar noun singular रहेगा, we add apostrophe S. Only this. Like the king's, court or king's crown, right? Raje da darbar. Here we are talking about a singular. ठीक है? The queen's maids. Rani diyan mates, right? Odiyan friends. But if we have a plural noun, je ਸਾਡੇ ਕੋਲੇ plural noun ਹੈ, the plural noun ਦੇ ਨਾਲ we add only apostrophe. ਜਿੱਦਾਂ ਆਪਾਂ ਕਹੀਏ boys school. Now this is boys, ਮੁੰਡਿਆਂ ਦਾ school. Already we have used a plural, boys school. Horses tails. Clear? Plural noun de naal only we use the apostrophe. But sometimes a plural noun doesn't end in S. अगर plural noun हैगा but ਉਹਦੇ ਪਿੱਛੇ S ਜਾਂ ES ਨਹੀਂ ਲੱਗ ਰਿਹਾ ਹੈਗਾ, right? ਜਿਵੇਂ men, ਤਾਂ ਉੱਥੇ ਅਸੀਂ complete use ਕਰਾਂਗੇ men's club. Children's ਕੀ ਕਹਾਂਗੇ books, library, ਕੁਝ ਵੀ ਕਹਿ ਸਕਦੇ हैं, right? If a plural has no S or ES, ਬਹੁਤ ਸਾਰੇ plural ਨੇਗੇ ਜਿਨ੍ਹਾਂ 'ਚ ਅਸੀਂ S ਜਾਂ ES ਨਹੀਂ ਲਾਉਂਦੇ ਹੈਗੇ, there we have to use full apostrophe ਦੇ ਨਾਲ ਅਸੀਂ S ਲਾਵਾਂਗੇ. Sometimes ਆਪਣੇ ਕੋਲੇ ਇੱਦਾਂ ਦੇ sentence ਹੁੰਦੇ ਨੇਗੇ, the prime minister of India's speech. ਹੁਣ ਆਪਣੇ ਕੋਲੇ noun ਤੇ ਇੱਕੋ ਹੀ ਹੈ ਨਾ, speech. ਆਪਾਂ speech, prime minister of India's ਅਸੀਂ ਇੱਥੇ ਲਾਵਾਂਗੇ, right? The prince of Bhutan's visit, right? अगर साडा कोई noun इस तरीके नाल चल रहा है that it consists of more than one word, then we have to add apostrophe S to the last word. Sometimes we have two nouns together. How?
then it depends. Rama and Shama's wedding. ਹੁਣ ਇਹਦਾ ਮੀਨਿੰਗ ਕੀ ਹੋਇਆ, ਇਹਨਾਂ ਦੋਹਾਂ ਦੀ ਮੈਰਿਜ ਹੋ ਰਹੀ ਹੈਗੀ, ਸੋ ਦੇ ਆਰ ਟੂਗੇਦਰ। ਵੈਨ ਟੂ ਨਾਊਨਸ ਆਰ ਟੂਗੇਦਰ ਵੀ ਸਿੰਪਲੀ ਸੇ ਰੋਹਨ ਐਂਡ ਨੇਹਾਸ ਪਾਰਟੀ। ਤਾਂ ਇੱਥੇ ਕੀ ਹੈਗਾ, ਪਾਰਟੀ ਜਿਹੜੀ ਹੈ ਇਹ ਦੋਹੇ ਜਿਹੜੀ ਇਕੱਠੀ ਹੋ ਕੇ ਦੇ ਰਹੇ। ਬਟ ਜਦੋਂ ਆਪਣੇ ਕੋਲੇ ਕੰਟੈਕਸਟ ਦੇ ਵਿੱਚ ਇਹ ਚੀਜ਼ ਆ ਰਹੀ ਹੈਗੀ ਕਿ ਦੋਵੇਂ ਅਲੱਗ-ਅਲੱਗ ਨੇ, ਰੋਹਨਸ ਐਂਡ ਨੇਹਾਸ ਪਾਰਟੀ, ਇਹਦਾ ਮਤਲਬ ਰੋਹਨ ਦੀ ਪਾਰਟੀ ਅਲੱਗ ਚੱਲ ਰਹੀ ਹੈ, ਨੇਹਾ ਦੀ ਪਾਰਟੀ ਅਲੱਗ ਚੱਲ ਰਹੀ ਹੈ। ਜਦੋਂ ਟੂ ਨਾਊਨਸ ਸੈਪਰੇਟ ਨੇ, ਇਟ ਡਿਪੈਂਡਸ ਅਪਨ ਦਾ ਕੰਟੈਕਸਟ ਇਨ ਵਿਚ ਵੀ ਆਰ ਟਾਕਿੰਗ। ਹੁਣ ਇੱਕ ਚੀਜ਼ ਯਾਦ ਰੱਖਣ ਵਾਲੀ ਹੈ ਕਿ ਜਿਹੜਾ ਇਹ ਪੋਜੈਸਿਵ ਕੇਸ ਹੈ ਨਾ, ਪੋਜੈਸਿਵ ਕੇਸ ਹੈ ਔਰ ਜੈਨੇਟਿਵ ਕੇਸ ਟੂ ਸੇ, ਇਟ ਅਪਲਾਈਜ਼ ਓਨਲੀ ਫॉर द ਲਿਵਿੰਗ ਥਿੰਗਸ। ਆਪਾਂ ਇਹ ਤਾਂ ਕਹਿੰਦੇ ਆਂਗੇ, ਠੀਕ ਹੈ, ਕੈਟਸ ਦੀ ਕੀ ਗੱਲ ਕਰੀਏ, ਕੈਟਸ ਟੇਲ, ਚਲੋ ਠੀਕ ਹੈ। ਪਰ ਜੇ ਅਸੀਂ ਗੱਲ ਕਰ ਰਹੇ ਹਾਂਗੇ ਇੱਕ ਚੇਅਰ ਦੀ, ਆਪਾਂ ਕਹਿੰਦੇ ਕੁਰਸੀ ਦੀ ਲੱਤ, ਚੇਅਰਸ ਲੈਗ, that is totally wrong. We can't use it for non-living things. We have to use possessive case for living things only, for the living beings. But some of the nature's law, ਜਿੱਦਾਂ ਅਸੀਂ ਕਹਿੰਦੇ ਹਾਂ ਕਿ nature's law of nature ਦੀ ਥਾਂ ਤੇ ਅਸੀਂ use ਕਰਦੇ ਹਾਂਗੇ nature's law, right? ਕਿਉਂ ਕਰਦੇ ਹਾਂ ਕਿ at death's door of death ਨਹੀਂ ਆਪਾਂ ਕਹਿੰਦੇ, because these are personified objects। ਹੈਗੇ ਤਾਂ ਇਹ ਜਿਹੜੇ objects ਨੇਗੇ, ਆਪਾਂ ਇਹ ਕਹੀਏ ਕਿ ਨਾ ਨੋਨ ਲਿਵਿੰਗ ਨੇਗੇ, ਬਟ ਇਹਨਾਂ ਨੂੰ ਅਸੀਂ ਪਰਸੋਨੀਫਾਈ ਕਰ ਲੈਂਦੇ ਹਾਂ ਕਿ ਇਹਨਾਂ ਨੂੰ ਅਸੀਂ ਐਜ਼ ਆ ਪਰਸਨ ਟਰੀਟ ਕਰ ਰਹੇ ਹਾਂ। ਆਪਾਂ ਕਹਿੰਦੇ ਹਾਂ ਡੈਥਸ ਡੋਰ, ਤਾਂ ਇੱਥੇ ਡੈਥ ਕੀ ਹੈਗੀ, ਡੈਥ ਵੀ ਹੈਵ ਪਰਸੋਨੀਫਾਈਡ ਐਜ਼ ਸਮ ਆਪਾਂ ਕਹੀਏ ਸਮ ਲਿਵਿੰਗ ਬੀਇੰਗ। ਕਲੀਅਰ? ਕੁਛ ਹੋਰ ਵਰਡਸ ਨੇ ਕਿ ਜਿੱਦਾਂ ਆਪਾਂ ਕਹਿੰਦੇ ਹਾਂਗੇ ਕਿ ਇਨ ਈਅਰਸ ਟਾਈਮ, ਇੱਕ ਸਾਲ ਦੇ ਸਮੇਂ ਵਿੱਚ, ਤਾਂ ਈਅਰ ਜਿਹੜਾ ਹੈਗਾ ਉਹਦੇ ਲਈ ਯੂਜ਼ ਹੋਏਗਾ, ਠੀਕ ਹੈ। ਐਟ ਅ ਸਟੋਨਸ ਥਰੋ, ਸਮਟਾਈਮਸ ਕੁਝ ਫਰੇਜ਼ਸ ਦੇ ਵਿੱਚ ਵੀ ਇਹ ਚੀਜ਼, ਸਟੋਨ ਨੋਨ ਲਿਵਿੰਗ ਹੈ, ਬਟ ਇੱਕ ਆਪਾਂ ਇਹ ਕਹੀਏ ਕਿ ਆਪਣੇ ਕੋਲ ਇੱਕ ਫਰੇਜ਼ ਹੈਗਾ ਐਟ ਅ ਸਟੋਨਸ ਥਰੋ, ਮਤਲਬ ਕੀ ਹੈਗਾ ਸਮਥਿੰਗ ਵੈਰੀ ਨੀਅਰ, ਅਸੀਂ ਉਹਦੀ ਗੱਲ ਕਰ ਰਹੇ ਹਾਂਗੇ, ਠੀਕ ਹੈ। ਦ ਮਾਰਕੀਟ ਇਜ਼ ਐਟ ਅ ਸਟੋਨਸ ਥਰੋ ਫਰੋਮ ਮਾਈ ਹੋਮ, ਮੇਰੇ ਘਰ ਤੋਂ ਮਾਰਕੀਟ ਨੇੜੇ ਹੀ ਹੈ। ਨੇੜੇ ਦੇ ਲਈ ਅਸੀਂ ਜੇ ਇੱਕ ਫਰੇਜ਼ ਯੂਜ਼ ਕਰ ਰਹੇ ਹਾਂ ਤਾਂ ਕਈ ਫਰੇਜ਼ਸ ਦੇ ਵਿੱਚ ਇਹ ਚੀਜ਼ ਯੂਜ਼ ਹੁੰਦੀ ਹੈ। ਹੁਣ ਜੈਨੇਟਿਵ ਕੇਸ ਬਹੁਤ ਵਾਰ ਅਸੀਂ ਇਸ ਚੀਜ਼ ਦੇ ਲਈ ਵੀ ਯੂਜ਼ ਕਰਦੇ ਹਾਂ ਵੇਅਰ ਵੀ ਹੈਵ ਟੂ ਅਵੋਇਡ ਅ ਨਾਊਨ, ਅਸੀਂ ਨਾਊਨ ਨੂੰ ਅਵੋਇਡ ਵੀ ਕਰ ਦਿੰਦੇ ਹਾਂ। ਜਿੱਦਾਂ ਆਈ ਐਮ ਗੋਇੰਗ ਟੂ ਬੇਕਰਸ, ਤਾਂ ਇੱਥੇ ਕੀ ਹੈ, ਅਸੀਂ ਸ਼ੌਪ ਲਾਇਆ ਨਹੀਂ ਹੈਗਾ। ਆਈ ਐਮ ਗੋਇੰਗ ਟੂ ਬੇਕਰਸ, ਇਹਦਾ ਮਤਲਬ ਮੈਂ ਬੇਕਰ ਤੇ ਜਾ ਰਹੇ ਹਾਂ, ਤਾਂ ਮਤਲਬ ਬੇਕਰਸ ਸ਼ੌਪ ਲਿਖਣ ਦੀ ਸਾਨੂੰ ਲੋੜ ਨਹੀਂ ਪਈ, ਕਿਉਂਕਿ ਬਹੁਤ ਵਾਰ ਜਿਹੜਾ ਜੈਨੇਟਿਵ ਕੇਸ ਹੈਗਾ ਇਹਦੇ ਨਾਲ ਅਸੀਂ ਨਾਊਨ ਨੂੰ ਅਵੋਇਡ ਹੀ ਕਰ ਦਿੰਦੇ ਹਾਂਗੇ। ਆਈ ਐਮ ਗੋਇੰਗ ਟੂ ਆਈ ਐਮ ਗੋਇੰਗ ਟੂ ਡਾਈਨ ਐਟ ਮਾਈ ਅੰਕਲਸ, ਬਸ ਇੱਥੇ ਅਸੀਂ ਅੰਕਲਸ ਹੋਮ ਨੂੰ ਅਵੋਇਡ ਕਰਕੇ ਆਈ ਐਮ ਗੋਇੰਗ ਟੂ ਡਾਈਨ ਐਟ ਮਾਈ ਅੰਕਲਸ, right? One more example, he was educated at Saint Mary's, ਤਾਂ ਇੱਥੇ ਅਸੀਂ ਕਨਵੈਂਟ ਜਾਂ ਸਕੂਲ ਜੇ ਕੋਈ ਵਰਡ ਲਿਖਣਾ ਸੀ ਤਾਂ ਉਹ ਨਹੀਂ ਲਿਖਿਆ, ਉਹ ਤੋਂ ਬਿਨਾਂ ਹੀ ਇਹ ਕਲੀਅਰ ਹੈ। ਸੋ ਇੱਕ ਵਾਰੀ ਸਿੰਪਲੀ ਰਿਵਾਈਜ਼ ਰੀਕੈਪਚੁਲੇਟ ਕਰ ਲੈਂਦੇ ਜੋ ਆਪਾਂ ਕੀਤਾ ਹੈਗਾ। ਟੁਡੇ ਵੀ ਹੈਵ ਡਨ ਨਾਉ ਦ ਕੇਸ, ਕਿਹੜੇ ਕੇਸਿਸ ਨੇਗੇ, ਨੋਮੀਨੇਟਿਵ, ਐਕਸੀਟਿਵ ਐਂਡ ਜੇਨੇਟਿਵ। ਨੋਮੀਨੇਟਿਵ ਕੀ ਹੈਗਾ,
In simple language we call it subject, in simple we call it object, and this we called possessive. Possessive case apostrophe s ਇਹਨੂੰ ਇਸ ਤਰੀਕੇ ਨਾਲ ਯਾਦ ਰਹਿ ਜੇ. So I hope you enjoyed the lesson. Thank you so much. Stay tuned. Wait for the next video. Good luck.